ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕੁਝ ਹਰਾਮ ਖੋਰਾਂ ਦੀਆਂ ਗੱਲਾਂ ਕਰਨੀਆਂ। ਸੋ ਇਹ ਹਰਾਮ ਖੋਰ ਸ਼ਬਦ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਮੈਂ ਉਸ ਹਰਾਮ ਖੋਰ ਦੀ ਗੱਲ ਕਰ ਰਿਹਾ ਜਿਸ ਦਾ ਜ਼ਿਕਰ ਕੀਤਾ ਸੀ ਗੁਰੂ ਸਾਹਿਬਾਂ ਨੇ। ਅਸੰਖ ਚੋਰ ਹਰਾਮ ਖੋਰ, ਬੜੇ ਚੋਰ ਹਰਾਮ ਖੋਰ ਨੇ ਇਸ ਦੁਨੀਆ ਤੇ। ਹਰਾਮ ਖੋਰ, ਸੋ ਮੈਂ ਆਪਾਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ, ਉਹਨਾਂ ਦੇ ਬਾਅਦ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬੜਾ ਕੱਲਾ ਕੱਲਾ ਮਹਿਸੂਸ ਕਰਨ ਲੱਗ ਗਏ। ਵਿਰਾਗ 'ਚ ਰਹਿੰਦੇ ਸੀ ਬਹੁਤ ਜ਼ਿਆਦਾ। ਸੋ ਉਹਨਾਂ ਦਾ ਜੀ ਕਰਦਾ ਸੀ ਮੇਰੇ ਨਾਲ ਕੋਈ ਗੁਰੂ ਨਾਨਕ ਸਾਹਿਬ ਜੀ ਦੀਆਂ ਗੱਲਾਂ ਕਰੇ। ਸੋ ਉਹਨਾਂ ਨੇ ਸੋਚਿਆ ਵੀ ਸੋ ਕਿਉਂ ਨਾ ਕੋਈ ਜੋ ਉਹਨਾਂ ਦੇ ਨਾਲ ਰਿਹਾ ਵੀ ਉਹਨਾਂ ਤੋਂ ਆਪਾਂ ਗੁਰੂ ਸਾਹਿਬਾਂ ਦੀਆਂ ਕੁਝ ਗੱਲਾਂ, ਕੁਛ ਉਹਨਾਂ ਦੀ ਜੀਵਨੀ ਦੇ ਵਿੱਚੋਂ ਕੁਝ ਸਿੱਖਿਆ ਮਿਲ ਜਾਵੇ। ਸੋ ਮੇਰਾ ਮਨ ਜੋ ਭੁੱਖਾ ਰਹਿੰਦਾ, ਪਿਆਸ ਰਹਿੰਦੀ ਹੈ ਗੁਰੂ ਦੀ, ਸੋ ਉਸ ਚੀਜ਼ ਨੂੰ ਭਰਨ ਦੀ ਖਾਤਰ ਗੁਰੂ ਦੀਆਂ ਗੱਲਾਂ ਸੁਣਨੀਆਂ ਉਹ ਚਾਹੁੰਦੇ ਸੀ। ਸੋ ਉਹਨਾਂ ਨੇ ਭਾਈ ਬਾਲਾ ਜੀ ਨੂੰ ਸੁਨੇਹਾ ਭਿਜਵਾਇਆ ਤੇ ਭਾਈ ਬਾਲਾ ਜੀ ਜਦੋਂ ਆਏ, ਫਿਰ ਉਸ ਟਾਈਮ ਨਾਲ ਦੀ ਨਾਲ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਜੋ ਜੋ ਉਹਨਾਂ ਨੇ ਅੱਖੀ ਦੇਖੀਆਂ, ਜੋ ਜੋ ਨਾਲ ਸੀ, ਸਾਰਾ ਕੁਝ ਦੇਖਿਆ। ਸੋ ਉਹਨਾਂ ਨੇ ਉਹ ਵਾਰਤਾਂ ਸੁਣਾਈਆਂ। ਸੋ ਉਹ ਭਾਈ ਬਾਲੇ ਜੀ ਦੀ ਜਨਮ ਸਾਖੀ ਵੀ ਉਹਨਾਂ ਦੇ ਵਿੱਚ ਦਰਜ ਨੇ, ਜੋ ਸਭ ਤੋਂ ਪੁਰਾਤਨ ਜਨਮ ਸਾਖੀ ਆ, ਬਹੁਤ ਬਿਰਧ ਹੋ ਚੁੱਕੀ ਆ। ਸੋ ਉਹਨਾਂ ਦੇ ਵਿੱਚ ਜੋ ਲਿਖਿਆ ਹੋਇਆ, ਸੋ ਇਹ ਤਕਰੀਬਨ ਗੁਰੂ ਅੰਗਦ ਸਾਹਿਬ ਜੀ ਦੇ ਟਾਈਮ ਦੀ ਗੱਲ ਆ। ਸੋ ਜਦੋਂ ਸਾਰੀ ਜਨਮ ਸਾਖੀ ਕੰਪਲੀਟ ਹੋ ਗਈ, ਸਾਰੀ ਗੁਰੂ ਸਾਹਿਬਾਂ ਨੇ ਸੁਣ ਲਈ ਤੇ ਬਾਅਦ ਵਿੱਚ ਪੁੱਛਿਆ ਸੀ ਭਾਈ ਬਾਲਾ ਜੀ ਨੂੰ ਵੀ ਤੁਸੀਂ ਗੁਰੂ ਨਾਨਕ ਨੂੰ ਕੀ ਸਮਝ ਕੇ ਸੇਵਾ ਕੀਤੀ। ਸੋ ਗੁਰੂ ਨਾਨਕ ਸਾਹਿਬ ਜੀ ਕੀ ਸਮਝ ਕੇ ਸੇਵਾ ਕੀਤੀ, ਤੇ ਭਾਈ ਬਾਲਾ ਜੀ ਨੇ ਕਿਹਾ ਕਿ ਮੈਂ ਇੱਕ ਪੂਰਨ ਸੰਤ ਸਮਝ ਕੇ ਸੇਵਾ ਕੀਤੀ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮੁਸਕਰਾ ਪਏ, ਕਹਿੰਦੇ ਫਿਰ ਤੁਸੀਂ ਪੂਰਨ ਸੰਤ ਬਣ ਗਏ। ਤੇ ਭਾਈ ਬਾਲਾ ਜੀ ਨੇ ਪੁੱਛਿਆ ਵੀ ਤੁਸੀਂ ਕੀ ਸਮਝ ਕੇ ਸੇਵਾ ਕੀਤੀ ਸੀ। ਉਹ ਕਹਿੰਦੇ ਮੈਂ ਤਾਂ ਖੁਦ ਨਿਰੰਕਾਰ ਸਮਝ ਕੇ ਸੇਵਾ ਕੀਤੀ। ਤੇ ਭਾਈ ਬਾਲਾ ਜੀ ਨੇ ਮੱਥੇ ਤੇ ਹੱਥ ਮਾਰਿਆ, ਕਹਿੰਦੇ ਮੈਂ ਤਾਂ ਭੁੱਲਾ ਹੀ ਰਹਿ ਗਿਆ, ਸਾਰੀ ਉਮਰ ਨਾਲ ਵੀ ਕੱਢੀ ਤੇ ਅੱਖਾਂ ਮੂਰੇ ਪੜਦਾ ਹੀ ਪਿਆ ਰਿਹਾ, ਮੈਂ ਤਾਂ ਸਿੱਖ ਸ਼ਾਂਤੀ ਸਮਝਦਾ ਰਿਹਾ। ਉਹ ਕਹਿੰਦੇ ਵੀ ਤੁਸੀਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਤਾਂ ਤੁਸੀਂ ਵੀ ਨਿਰੰਕਾਰ ਹੀ ਬਣ ਗਏ। ਹਰ ਕਾ ਸੇਵਕ ਹਰ ਹੀ ਜਿਹਾ। ਸੋ ਉਹ ਜਨਮ ਸਾਖੀ ਦੇ ਉੱਤੇ ਕੋਈ ਅੱਜ ਕੱਲ ਰਣਜੀਤ ਸਿੰਘ ਬੜਾ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਗੱਲਾਂ ਕਰਕੇ ਮਿਲਦਾ ਕੀ ਹੈ। ਸੋ ਕੋਈ ਦਾੜੀ ਰੱਖ ਕੇ, ਕੋਈ ਗਾਤਰਾ ਪਾ ਕੇ ਕੋਈ ਸਿੱਖ ਨਹੀਂ ਬਣ ਜਾਂਦਾ। ਸ਼ੇਰ ਦੀ ਖੱਲ ਪਾ ਕੇ ਕੋਈ ਗਿੱਦੜ ਸ਼ੇਰ ਨਹੀਂ ਬਣ ਜਾਂਦਾ, ਉਹ ਗਿੱਦੜ ਹੀ ਰਹਿੰਦਾ। ਉਹਦੀ ਪਛਾਣ ਕਦੋਂ ਹੁੰਦੀ ਆ? ਜਦੋਂ ਉਹ ਬੋਲਦਾ। ਜਦੋਂ ਤਾਂ ਉਹ ਖੜਾ ਵਾ ਉਹ ਤਾਂ ਸ਼ੇਰ ਲੱਗਦਾ, ਜਦੋਂ ਉਹ ਬੋਲਦਾ ਫਿਰ ਪਤਾ ਲੱਗਦਾ ਵੀ ਨਹੀਂ ਇਹ ਸ਼ੇਰ ਨਹੀਂ, ਤਾਂ ਗਿੱਦੜ ਸੀ, ਭੁਲੇਖੇ ਹੀ ਆ। ਸੋ ਆ 2 ਦਿਨ ਪਹਿਲਾਂ ਵੀਡੀਓ ਦੇਖੀ, ਐਡੀ ਵੱਡੀ ਹਰਾਮਖੋਰੀ। ਸੋ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕਹਿ ਰਹੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸਾਖੀਆਂ ਨਿਕੰਮਾ ਸਾਬਤ ਕਰ ਰਹੀਆਂ। ਸੋ ਪਹਿਲਾਂ ਤਾਂ ਕਹਿੰਦੇ ਸੀ ਵੀ ਇਹ ਸੱਚਾ ਸੌਦਾ ਜਦੋਂ ਕਰਨ ਭੇਜਿਆ ਸੀ, 20 ਰੁਪਇਆਂ ਵਾਲੀ ਸਾਖੀ ਜਿਹੜੀ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ। ਸੋ ਇਹ ਕਹਿੰਦਾ ਗੱਪ ਆ ਵੀ ਉਸ ਟਾਈਮ ਤਾਂ ਰੁਪਈਏ ਹੁੰਦੇ ਹੀ ਨਹੀਂ ਸੀ। ਸੋ ਜਦੋਂ ਜਨਮ ਸਾਖੀ ਲਿਖੀ ਗਈ ਹੈ 1539 ਨੂੰ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਏ ਨੇ। ਸੋ 1540 ਦੇ ਵਿੱਚ ਉਸ ਟਾਈਮ ਸ਼ੇਰ ਸ਼ਾਹ ਸੂਰੀ ਹੁੰਦਾ ਸੀ ਇੱਕ, ਉਹਨੇ ਰੁਪਈਆ ਉਦੋਂ ਸ਼ੁਰੂ ਕੀਤਾ ਸੀ 1540 ਦੇ ਵਿੱਚ, ਜਦ ਕਿ ਗੁਰੂ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਤੋਂ 1 ਸਾਲ ਬਾਅਦ।
कि जन्म साखी उस तो बाद लिखी जाती है। सो उस टाइम चांदी के सिक्के सी, सो उन्होंने कुछ गिणती सी, फिर आने आ गए 16 आने, आप कहने भी गल 16 आने आ, 16 आने तो 1 रुपया बनता। सो इदा हौली 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 हुंदा सो तरक्की हुंदी गई। चलो अज तो बड़े बड़े नोट आ गए आ। उस टाइम गिणती कोई होर तरह से, अज के दौर ते गिणती कुछ होर है। सो कुछ सिक्कियां दा ओह सीगा, उस नाल 1 रुपया बनता सी। सो उन्होंने जो जन्म साखी विच लिखिया वा भी 20 रुपये, सो उस टाइम दे सिक्कियां दा ओह बनाया भी इन्ने इन्ने सिक्के सीगे। पिता जी ने गुरु नानक साहब जी नूं दे के तोरे सी ते फिर उन्होंने ये कह रहे ने भी ये चीज गलत है भी वह भुखे साधुओं नूं भोजन छकाता, क्योंकि उन्होंने आपदा सारा कुछ भुखे साधुओं तो वारता ते होण वाले बाबे कहंदे आ भी थोड़ा बाबा भी साधुओं नूं सानूं भी भोजन छकाउंदा रहा, तन मन धन वारता सी ते हुण तुसीं भी वार दो। कहंदे भी रुपया शब्द तो उदों हुंदा ही नहीं सी। सो रुपये शब्द की आपां तां गल क्लीयर कर चुके। 1540 दे विच आ गया सी रुपया। सो ये गल तां हुण रह नहीं गई। सो कहण दा भाव आ कि वो तो कहंदे भी भुखे साधुओं नूं भोजन नहीं छकाया सी, वो निकम्मा बनाता तुसीं गुरु नानक साहब जी नूं बई प्यो ने व्यापार करन भेजिया ते भुखे साधुओं नूं भोजन छका के आ गया। मतलब कि व्यापार काहतों नहीं किया गुरु नानक साहब ने, भुखे साधुओं नूं भोजन क्यों छकाया। ते जिहड़े आप दे लंगर पकदे ने, अंदर लंगर की प्रथा तुहाडे चलदी है, वो क्यों चलदी है? बंद करो तुसीं उस चीज नूं, क्योंकि लंगर की मर्यादा साडे उस टाइम तो चलदी आ रही है। उन्होंने उस चीज नूं देख के गुरु अंगद साहब जी ने शुरू कराया सारा कुछ। गुरु गां सारे गुरु साहिबां वेले चलिया। सो वो चीज आ भी सवाल जवाब, मतलब कहण दा भाव आ भी एक प्रसिद्धि लैण दी खातर, एक सुर्खियां दे विच बनन दी खातर अपने गुरु ते सवाल चुकने, ये बड़ी माड़ी गल है। मैनू भी एक बंदे ने किसी ने सलाह दी सी, पर है तो पुठी। कहंदे भी तुसीं ऐ करो, कोई ना कोई जो खबर चल रही हुंदी है, ट्रेंडिंग दे विच हुंदी है, उस चीज दे कोई ना कोई वीडियो बना दिया करो। चाहे कोई राजनीति है, चाहे कोई दूसरा वा, चाहे कोई एक्टर मर गया तो उत्ते वीडियो बनाती। सो सुर्खियां दे विच आओ। सो आपां नूं ओह चीज चंगी लगदी, आपां कीती नहीं, ना ही करनी है, ना ही मालक करावे। सो जदों गुरु नानक साहब जी जा रहे सी, नाल गुरु नानक साहब दा साथी सी, सो उहनां दे कोल सिक्के सी। गुरु नानक साहब जी जा रहे सी ते जदों देखिया भी भुखे साधु बैठे ने, सो गुरु नानक साहब जी नूं साधुआं दा सतसंग करन दा बड़ा चाह सी। जदों भी कोई साधु देख लैंदे सी, उन्हां नूं चाह चढ़ जांदा सी। सो उन्होंने देखिया, चलो गल्लां कीतियां, सतसंग कीता ते बाणी दे विच जिक्र आउंदा कि दया धर्म का मूल। सो उन्हां नूं जदों पता लग्या भी ये साधु भुखे ने बहुत दिनां तो, सो मंगदे नहीं हैगे, ये परमात्मा ते निर्भर करदे ने भी परमात्मा ने कोई चीज देती तां खा लांगे, नहीं तो बैठे आ, मंगना नहीं। सो सोचा भी चलो ये भी परमात्मा दा हुक्म ही ला लो भी मैं जा रहा सी ते मैनूं मिलना सी, भी परमात्मा दा कोई विध बनाई है भी चलो इस तो बड़ा सच्चा सौदा होर किहड़ा हो सकदा, क्योंकि दया धर्म का मूल आ। सो उन्होंने भोजन छकाया ते होर रसद पानी भी, क्योंकि उस टाइम 20 रुपये बहुत ज्यादा होंदे सी, ते भोजन छकाउण तो बाद चो रसद पानी वस्त्र वगैरह की सेवा भी की, उन्होंने नाल दित्ती। ये नहीं एक दिन होर भी पढ़िया सी, वो कहंदे भी एक दिन भोजन छकाता, दूए दिन फिर साधु भुखे दे भुखे नहीं, उन्होंने एक दिन भोजन छकाया ते फिर उन्होंने रसद पानी ते वस्त्र वगैरह की सेवा भी की। हुण इहनूं जिधर मर्जी ला लो, वो तुहाडी सोच है। सो ये कहंदे भी ये चीज हो नहीं सकती, भी भुखे साधुओं नूं भोजन छका नहीं सकते। क्यों नहीं छका सकते? मैनूं ये गल समझ नहीं आई भी तुसीं जिहड़ी लंगर प्रथा चलाई है, क्यों चलाई है? ਜਾਂ ਤੁਹਾਡੇ ਮਨ ਦੇ ਵਿੱਚ ਦਇਆ ਹੀ ਹੈ ਨਹੀਂ, ਦਇਆ ਧਰਮ ਦਾ ਮੂਲ ਨੂੰ ਤੁਸੀਂ ਮੰਨਦੇ ਹੀ ਨਹੀਂ, ਤੁਸੀਂ ਬਾਣੀ ਨੂੰ ਮੰਨਦੇ ਹੀ ਨਹੀਂ, ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਉੱਤੇ ਚੱਲ ਰਹੇ ਹਾਂ।
ਰੀਸਾਂ ਗੁਰੂ ਨਾਨਕ ਦੀਆਂ ਕਰਨੀਆਂ। ਗੁਰੂ ਨਾਨਕ ਨੇ ਕਿਹੜੀ ਕਮਾਂਡੋ ਫੋਰਸ ਨਾਲ ਲਾਈ ਸੀ। ਸੋ ਜਿਹੜੀਆਂ ਤਾਂ ਆਪਾਂ ਗੱਲਾਂ ਕਰਨੀਆਂ ਵਾ, ਅਗਰ ਆਪਾਂ ਸ਼ੇਰ ਦੀ ਚਾਲ ਰੱਖਣੀ ਆ, ਸ਼ੇਰ ਦੇ ਵਾਂਗੂ ਪ੍ਰਚਾਰ ਕਰਨਾ, ਤਾਂ ਖੁੱਲ ਕੇ ਕਰੋ। ਅੰਦਰ ਵੜ ਕੇ ਚਾਰ ਦੀਵਾਰੀਆਂ 'ਚ ਲੋਕ ਲਾ ਕੇ ਪ੍ਰਚਾਰ ਕਿਹੜਾ ਹੁੰਦਾ। ਸੋ ਬਾਹਰ ਸਿਕਿਉਰਿਟੀ ਲਾ ਕੇ ਤਾਂ ਮੈਂ ਜੋ ਮਰਜੀ ਕਿ ਮੈਂ ਭਾਵੇਂ ਸਿਕਿਉਰਿਟੀ ਬਾਹਰ ਲਾ ਕੇ ਮੋਦੀ ਨੂੰ ਗਾਲਾਂ ਕੱਢੀ ਜਾਵਾਂ, ਮੈਨੂੰ ਕੀ ਕਰ ਲੂ ਜਾਂ ਕੁਛ ਏਦਾਂ ਗੱਲਾਂ, ਉਹਦਾ ਫਾਇਦਾ ਕੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹੜੀ ਨਾਲ ਫੌਜ ਰੱਖੀ ਸੀ, ਕਿਹੜੇ ਸਿਕਿਉਰਿਟੀ ਨਾਲ ਲਈ ਸੀਗੀ। ਰਾਏ ਬੁਲਾਰ ਗੁਰੂ ਸਾਹਿਬ ਦੇ ਨਾਲ ਸੀ, ਉਹ ਰਾਏ ਬੁਲਾਰ ਤੋਂ ਕੁਝ ਵੀ ਕਰਾ ਸਕਦੇ ਸੀ। ਫਿਰ ਤੁਸੀਂ ਕਹਿਣਾ ਸੀ ਗੁਰੂ ਸਾਹਿਬ ਵੀ ਸਰਕਾਰੀ ਸੰਤ ਆ, ਜੇ ਸਿਕਿਉਰਿਟੀ ਲੈ ਲੈਂਦੇ। ਲਈ ਨਹੀਂ ਉਹਨਾਂ ਨੇ, ਲੈ ਸਕਦੇ ਸੀ, ਕਿਉਂ ਨਹੀਂ ਲੈ ਸਕਦੇ ਸੀ। ਰਾਏ ਬੁਲਾਰ ਜੀ ਨੇ ਕਿਹਾ ਸੀਗਾ ਪਿਤਾ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਦੇ ਨੂੰ, ਵੀ ਜੋ ਕੁਝ ਵੀ ਘਾਟਾ ਪੈਂਦਾ, ਜੋ ਕੁਝ ਵੀ ਹੁੰਦਾ ਵਾ, ਜੋ ਤੂੰ ਘਰ ਚਲਾਉਣਾ ਮੇਰੇ ਤੋਂ ਲੈ ਲਿਆ ਕਰ, ਪਰ ਗੁਰੂ ਨਾਨਕ ਨੂੰ ਨਾ ਕੁਝ ਕਹੇ, ਮੈਨੂੰ ਬੜਾ ਪਿਆਰਾ ਲੱਗਦਾ। ਸੋ ਕੁਝ ਵੀ ਕਰ ਸਕਦੇ ਗੁਰੂ ਨਾਨਕ ਸਾਹਿਬ, ਸਿਕਿਉਰਿਟੀ ਲੈ ਸਕਦੇ ਸੀ, ਨਹੀਂ ਲਈ। ਸੋ ਰੀਸਾਂ ਗੁਰੂ ਨਾਨਕ ਦੀਆਂ ਕਰਨੀਆਂ ਤੇ ਗੱਲਾਂ ਸਿਕਿਉਰਿਟੀ 'ਚ ਕਰਨੀਆਂ, ਚੰਗੀਆਂ ਗੱਲਾਂ ਨਹੀਂ ਹੈਗੀਆਂ। ਸੋ ਕਹਿਣ ਦਾ ਭਾਵ ਵੀ ਗੁਰੂ ਨਾਨਕ ਸਾਹਿਬ ਦੀ ਸ਼ੋਸ਼ਾ ਨਹੀਂ ਛੱਡਦੇ ਸੀ, ਉਹ ਗੱਲ ਕਿਸੇ ਨੂੰ ਮਨਾਉਂਦੇ ਨਹੀਂ ਸੀ। ਜੋ ਗੱਲ ਕਹਿਣੀ ਉਹ ਕਰਦੇ ਨਹੀਂ, ਚੁੱਪ ਰਹਿੰਦੇ ਸੀ, ਮਸਤ ਰਹਿੰਦੇ ਸੀ ਆਪਣਾ। ਸੋ ਪਹਿਲੀ ਗੱਲ ਤਾਂ ਆਪਣੀ ਕਲੀਅਰ ਹੋ ਗਈ ਵੀ ਇਹ ਸੱਚੇ ਸੌਦੇ ਵਾਲੀ ਜੋ ਵੀ ਵਾਰਤਾ ਹੈ ਸੱਚੀ ਆ। ਸੋ ਦਇਆ ਧਰਮ ਕਾ ਮੂਲ। ਫਿਰ ਨੰਬਰ 2 ਤੇ ਕਹਿੰਦੇ ਵੀ ਸੱਪ ਦੀ ਜਿਹੜੀ ਛਾਂ ਕੀਤੀ ਸੀ, ਗੁਰੂ ਨਾਨਕ ਸਾਹਿਬ ਜੀ ਨੂੰ ਇਹ ਨਕੰਮਾ ਸਾਬਤ ਕਰਤਾ ਵੀ ਗੁਰੂ ਨਾਨਕ ਸਾਹਿਬ ਜੀ ਕੰਮ ਕਰਨ ਗਏ ਤੇ ਪਸ਼ੂ ਚਰਾਉਣ ਗਏ ਤੇ ਉੱਥੇ ਕੀ ਬਣਿਆ ਤੇ ਸੌਂ ਗਈ, ਅਣਗਹਿਲੀ ਵਰਤੀ। ਵਾਹ ਜੀ ਵਾਹ, ਕੀ ਬਾਤ ਹੈ। ਸੱਚੀ ਗੱਲ ਆ ਵੀ ਇਹ ਸੰਖ ਚੋਰ ਹਰਾਮਖੋਰ, ਬੜੇ ਬੜੇ ਹਰਾਮਖੋਰ ਇਸ ਦੁਨੀਆ ਤੇ ਬੈਠੇ ਨੇ। ਜਿਹਦਾ ਦਿੱਤਾ ਖਾਂਦੇ ਆ, ਜਿਹਦੀ ਥਾਲੀ 'ਚ ਖਾਂਦੇ ਉਹਦੀ ਥਾਲੀ 'ਚ ਛੇਕ ਕਰਨਾ। ਵਾਹ ਕੀ ਬਾਤ ਹੈ। ਸੋ ਇਹ ਆਪਾਂ ਪਿਛਲੀ ਵੀਡੀਓ 'ਚ ਵੀ ਜ਼ਿਕਰ ਕੀਤਾ ਸੀ, ਇੱਕ 13-13 ਵਾਲੀ ਵੀ ਗੱਲ ਚੱਕੀ ਇਹਨਾਂ ਨੇ ਵੀ 13-13 ਤੋਲਿਆ ਵਾ, ਇਹ ਵੀ ਅਣਗਹਿਲੀ ਵਰਤੀ ਸੀ, ਐ ਹੋ ਗਿਆ, ਇਹ ਝੂਠੀਆਂ ਗੱਲਾਂ ਨੇ, ਐ ਕਿਵੇਂ ਹੋ ਸਕਦਾ। ਗੁਰੂ ਸਾਹਿਬ ਨੂੰ ਭੇਜਿਆ ਸੀ ਵਪਾਰ ਕਰਨ ਲਈ, ਵਪਾਰ ਕਰ ਲਈ, ਚੱਬ ਕੱਢਤੇ। ਮੱਝਾਂ ਚਰਾਉਣ ਭੇਜਿਆ, ਉੱਥੇ ਵੀ ਚੱਬ ਕੱਢਤੇ। ਤੇ ਫਿਰ ਆ ਕੇ 13-13 ਮੋਦੀਖਾਨੇ ਵਾਲੀ, ਉੱਥੇ ਵੀ ਚੰਗਾ ਵਪਾਰ ਕੀਤਾ ਤਾਂ ਸ਼ਾਬਾਸ਼ ਮਿਲੀ ਸੀ, ਐ ਹੋਇਆ ਸੀ, ਉਹ ਹੋਇਆ ਸੀ, ਜੋ ਹੋਇਆ ਸੀ। ਸੋ ਸੱਪ ਦੀ ਛਾਂ ਵਾਲੀ ਗੱਲ ਆਪਾਂ ਕਰੀਏ ਤਾਂ ਸਿੱਖਿਆ ਤਾਂ ਅਸੀਂ ਕੀ ਲੈਣੀ ਆ, ਅਸੀਂ ਉਲਟਾ ਕਿੰਤੂ ਪਰੰਤੂ ਕਰਨ ਲੱਗ ਜਾਂਦੇ। ਸੋ ਗੁਰੂ ਸਾਹਿਬ ਜੀ ਗਏ, ਚਲੋ ਉਹ ਆਪਣਾ ਘਰੇ ਵੀ ਜਦੋਂ ਰਹਿੰਦੇ ਸੀ ਉਹ ਆਪਣਾ ਨਿਰਲੇਪ ਰਹਿੰਦੇ ਸੀ, ਵਿਆਹ ਵੀ ਹੋ ਗਿਆ, ਬੱਚੇ ਵੀ ਹੋ ਗਏ, ਪਰ ਖੱਚਤ ਨਹੀਂ ਹੋਈ, ਨਿਰਲੇਪ ਰਹੇ ਆ। ਕਮਲ ਦੇ ਫੁੱਲ ਵਾਂਗ ਛੱਪੜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਛੱਪੜ ਤੋਂ ਨਿਰਲੇਪ, ਦੁਨੀਆਦਾਰੀ ਦੇ ਵਿੱਚ ਰਹਿੰਦੇ ਹੋਏ ਵੀ ਦੁਨੀਆ ਤੋਂ ਨਿਰਲੇਪ। ਉਸ ਚੀਜ਼ ਨੂੰ ਸਾਧ ਕਹਿੰਦੇ ਨੇ, ਸਾਧਨਾ, ਆਪਦੇ ਆਪ ਨੂੰ ਸਾਧ ਲੈਣਾ। ਸੋ ਜਦੋਂ ਗਏ ਤੇ ਉਸ ਟਾਈਮ ਕੀ ਦੇਖਿਆ ਵੀ ਚਲੋ ਧੁੱਪ ਸੀ, ਸ਼ਾਮੇ ਬੈਠ ਗਏ, ਆਪਣਾ ਬੰਦਗੀ ਦੇ ਵਿੱਚ ਲੀਨ ਹੋ ਗਏ। ਸੁੱਤੇ ਨਹੀਂ ਸੀਗੇ, ਆਪਣਾ ਬੰਦਗੀ ਦੇ ਵਿੱਚ ਲੀਨ ਸੀ, ਕਿਉਂਕਿ ਜਿੱਦੇ ਗੁਰੂ ਸੌਂ ਗਿਆ ਉਸ ਦਾ ਪਰਲੋ ਆ ਜਾਣੀ। ਗੁਰੂ ਕਦੇ ਸੌਂਦਾ ਨਹੀਂ ਹੁੰਦਾ, ਇਹ ਤੁਹਾਡੇ ਭੁਲੇਖੇ ਆ ਮਨਾਂ ਦੇ, ਕੱਢ ਦਿਓ ਦਿਮਾਗ ਦੇ ਵਿੱਚ। ਸੋ ਗੁਰੂ ਸਾਹਿਬ ਜੀ ਆਰਾਮ ਦੀ ਅਵਸਥਾ ਦੇ ਵਿੱਚ ਪਏ ਸੀ, ਜਿਸ ਤਰ੍ਹਾਂ ਕੂਣੀ ਦੇ ਭਾਰ ਜਿਵੇਂ ਮੋਢੇ ਤੇ ਸਿਰ ਤੇ ਹੱਥ ਰੱਖ ਕੇ ਜਿਸ ਤਰ੍ਹਾਂ ਪੈਂਦੇ ਨੇ ਉਸ ਤਰ੍ਹਾਂ ਪਏ ਸੀ। ਸੋ ਧੁੱਪ ਆ ਗਈ ਮੁਖ ਤੇ, ਸੋ ਸੱਪ ਨੇ ਛਾਂ ਕੀਤੀ ਤੇ ਪਸ਼ੂ ਚਰ ਗਏ। ਸਿੱਖਿਆ ਇਹ ਮਿਲਦੀ ਹੈ ਕਿ ਗੁਰੂ ਦਾ ਜਦੋਂ ਆਪਾਂ ਗੁਰੂ ਦੇ ਹੱਥ ਕਾਰ ਵਿੱਚ, ਦਿਲ ਯਾਰ ਵਿੱਚ, ਜਦੋਂ ਇਹ ਗੱਲ ਆਉਂਦੀ ਆ ਨਾ ਤਾਂ ਘਾਟੇ ਨਹੀਂ ਪੈਂਦੇ। ਸੋ ਮੱਝਾਂ ਚਰ ਵੀ ਗਈਆਂ ਪਰ ਉਹ ਖੇਤ ਹਰਿਆ ਭਰਿਆ ਉਸੇ ਤਰ੍ਹਾਂ ਸੀ, ਕਿਉਂਕਿ ਉਹ ਗੁਰੂ ਨਾਨਕ ਸੀ। ਉਹ ਕੋਈ ਆਰਾ ਗੈਰਾ, ਕੋਈ ਨੱਥੂ ਖੈਰਾ ਨਹੀਂ ਸੀ ਉਹ। ਸੋ ਇਹ ਆਪਾਂ ਚੋਜ ਆ ਪ੍ਰੀਤਮ ਦੇ, ਸਾਡੇ ਪ੍ਰਮਾਤਮਾ ਦੇ ਚੋਜ ਆ। ਪਾਣੀ ਵਿੱਚ ਵੀ ਚੋਜਾਂ ਦਾ ਜ਼ਿਕਰ ਹੁੰਦਾ, ਚੋਜੀ ਪ੍ਰੀਤਮ ਵੀ ਕਿਹਾ ਗਿਆ ਹੈ। ਸੋ ਉਹ
ਕੀ ਗੁਰੂ ਸਾਹਿਬ ਚੋਜ ਵੀ ਨਹੀਂ ਕਰ ਸਕਦੇ? ਹੁਣ ਚੋਜ ਵੀ ਤੁਹਾਨੂੰ ਪੁੱਛ ਕੇ ਕਰਨ ਵੀ ਹਾਂ ਮੈਂ ਚੋਜ ਕਰਨੇ ਆ, ਕੀ ਮੈਂ ਕਰ ਲਾਂ? ਤੁਸੀਂ ਕਿੰਤੂ ਪਰੰਤੂ ਨਹੀਂ ਕਰਦੇ। ਹੁਣ ਚੋਜ ਨੂੰ ਵੀ ਪੁੱਛ ਕੇ ਕੀਤਾ ਜਾਵੇ ਵੀ ਹਾਂ ਵੀ ਚੋਜ ਕਰਨ ਲੱਗੇ ਆ, ਵੀ ਗੁਰੂ ਸਾਹਿਬ ਜੀ ਹੁਣ ਚੋਜ ਕਰ ਲੈਣ। ਜੇ ਅਪਗ੍ਰੇਡ ਕਹਿਣ ਵੀ ਹਾਂ ਵੀ ਕਰ ਲਓ, ਫੇਰ ਕਰਨਗੇ, ਨਹੀਂ ਤਾਂ ਨਹੀਂ ਕਰਨਗੇ। ਬੱਲੇ ਤੁਹਾਡੇ। ਸੋ ਫਿਰ 13 ਦੀ ਗੱਲ ਤੇ ਆ ਜਾਂਦੀ ਵੀ 13 ਤਾਂ ਤੋਲੀ ਨਹੀਂ ਸੀ। ਉਹਦਾ ਜਵਾਬ ਆ ਪਿਛਲੀ ਵੀਡੀਓ 'ਚ ਆਪਾਂ ਦੇ ਚੁੱਕੇ ਹਾਂ। ਸੋ ਬਾਕੀ ਮੁੱਕਦੀ ਗੱਲ ਆ ਕਿ ਭੁੱਖੇ ਸਾਧੂਆਂ ਨੂੰ ਨਹੀਂ ਸਿਖਾਇਆ ਸੀ, ਉਹ ਨਹੀਂ ਕੀਤਾ ਸੀ, ਉਹ ਨਹੀਂ ਕੀਤਾ ਸੀ, ਜੋ ਨਹੀਂ ਕੀਤਾ ਸੀ। ਸੋ ਇਹੋ ਜਿਹੀਆਂ ਬੇਕਾਰ ਜਿਹੀਆਂ ਗੱਲਾਂ ਕਰਨੀਆਂ ਵੀ ਹੁਣ ਤੁਸੀਂ ਵੀ ਭਾਲਦੇ ਆ, ਤੇ ਅੱਜ ਕੱਲ ਦੇ ਬਾਬੇ ਵੀ ਉਹ ਚੀਜ਼ਾਂ ਭਾਲਦੇ ਨੇ ਵੀ ਹਾਂ ਵੀ ਤੁਹਾਡਾ ਬਾਬਾ ਭੁੱਖੇ ਸਾਧੂ ਨੂੰ ਭੋਜਨ ਛਕਾਉਂਦਾ ਰਿਹਾ ਤੇ ਸਾਨੂੰ ਵੀ ਛਕਾ ਦਿਓ। ਹੁਣ ਉਹੀ ਰੀਤ ਚੱਲੀ ਆਉਣੀ ਆ, ਬੰਦ ਨਹੀਂ ਕਰਨੀ, ਪੋਹ ਨਹੀਂ ਕਰਨੀ, ਜੋ ਨਹੀਂ ਕਰਨੀ। ਖਾਵੋ ਖਰਚ ਹੈ ਮਲ ਰਲ ਮਿਲ ਪਾਈ, ਤੋੜ ਨਾ ਆਵੇ ਵਾਧੂ ਜਾਈ। ਜਿਹੜਾ ਆਪਣੀ ਧਨ ਦੇ ਵਿੱਚੋਂ ਕੋਈ ਆਪਾਂ ਮਿਲ ਵੰਡ ਕੇ ਖਾਂਦੇ ਆ ਤਾਂ ਘਾਟੇ ਨਹੀਂ ਪੈਂਦੇ, ਉੱਥੇ ਵੱਧਦੇ ਆ, ਭੰਡਾਰੇ ਵੱਧਦੇ ਆ। ਸੋ ਉਹ ਚੀਜ਼ ਨੂੰ ਆਪਾਂ ਸੱਤ ਕੀਤਾ ਗੁਰੂ ਸਾਹਿਬ ਨੇ। ਸੋ ਆਪਾਂ ਇਸ ਚੀਜ਼ ਨੂੰ ਆਪਾਂ ਬੜਾ ਗੌਰ ਨਾ ਕਰੀਏ। ਸੋ ਆਪਾਂ ਗੁਰੂ ਸਾਹਿਬ ਦੇ ਪ੍ਰਤੀ ਆਪਣੀ ਭਾਵਨਾ ਜਿਹੜੀ ਹੈਗੀ ਉਹਨੂੰ ਵਧਾਈਏ, ਘਟਾਈਏ ਨਾ, ਕਿਸੇ ਹਰਾਮਖੋਰ ਦੇ ਮਗਰ ਨਾ ਲੱਗੀਏ। ਸੋ ਮੇਰੀ ਬੇਨਤੀ ਇੱਕੋ ਹੀ ਆਖਰੀ ਬੇਨਤੀ ਕਿ ਆਪਾਂ ਆਪ ਦਾ ਨਾਮ ਜਪੋ ਤੇ ਕਿਰਤ ਕਰੋ ਤੇ ਵੰਡ ਛਕੋ। ਇਹ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਆ। ਸੋ ਆਪਾਂ ਇਸ ਚੀਜ਼ ਤੇ ਚੱਲੀਏ। ਇਹੋ ਜਿਹੇ 20 ਤੁਰੇ ਫਿਰਦੇ ਨੇ, ਸੋ ਗੱਲਾਂ ਗੁਰੂ ਨਾਨਕ ਦੀਆਂ ਕਰਨੀਆਂ, ਸੋ 20 ਤਰ੍ਹਾਂ ਦੀਆਂ ਗੱਲਾਂ ਕਰਨੀਆਂ। ਤੇ ਤੁਹਾਡਾ ਬਾਬਾ ਕਹਿੰਦਾ ਵੀ ਉਹ ਕਹਿੰਦੇ ਆ ਵੀ ਸਾਨੂੰ ਵੀ ਦਾਨ ਦਿਓ, ਤਾਂ ਉਹੀ ਰੀਤ ਲਾਉਣ ਨੂੰ ਫਿਰਦੇ, ਤਾਂ ਜਾ ਕੇ ਗੁਰੂ ਦੀਆਂ ਸਾਖੀਆਂ ਇਹੋ ਜਿਹੇ ਕਰਦੇ। ਕੀ ਤੁਸੀਂ ਪੇਟੀਐਮ ਦੀ ਭੀਖ ਨਹੀਂ ਮੰਗੀ? ਸੋ ਆਪ ਵੀ ਤਾਂ ਤੁਸੀਂ ਭੀਖਾਂ ਦੇ ਆਸਰੇ ਚੱਲਦੇ ਹੋ। ਹਮੇਸ਼ਾ ਭੀਖ ਦੇ ਤੁਸੀਂ ਸਿਰ ਦੇ ਆਪਣਾ ਜੋ ਵੀ ਦਾਰੋਮਦਾਰ ਚੱਲਦਾ, ਭੀਖ ਦੇ ਸਿਰ ਤੇ ਤੁਹਾਡਾ ਚੱਲਦਾ। ਦੱਸੋ ਤੁਸੀਂ ਅੱਜ ਕੱਲ ਦੇ ਕੁਝ ਬਾਬੇ ਵੀ ਹੈਗੇ, ਮੈਂ ਐਸੀ ਗੱਲ ਨਹੀਂ ਕਹਿੰਦਾ ਵੀ ਡੇਰੇ ਵਾਲੇ ਬਾਬੇ ਨਹੀਂ ਮੰਗਦੇ, ਬਥੇਰਾ ਡਾਇਰੈਕਟ ਮੰਗਦੇ ਨੇ। ਉਹੀ ਹਾਲ ਤੁਹਾਡਾ ਹੈ। ਗੁਰੂ ਨਾਨਕ ਸਾਹਿਬ ਨੇ ਦੱਸੋ ਕਿੱਥੇ ਮੰਗੇ ਸੀ? ਪੇਟੀਐਮ ਦੀ ਭੀਖ ਤੁਸੀਂ ਮੰਗਦੇ ਹੋ, ਸਾਰਾ ਕੁਝ ਤੁਸੀਂ ਕਰਦੇ ਹੋ, ਤਰੀਸਾਂ ਗੁਰੂ ਨਾਨਕ ਦੀਆਂ ਕਰਨੀਆਂ ਤੇ ਦੂਜਿਆਂ ਨੂੰ ਵੀ ਕਹੀ ਜਾਣਾ ਵੀ ਹਾਂ ਵੀ ਇਹ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਵੀ ਦਾਨ ਕਰੋ, ਤਨ ਮਨ ਧਨ ਦਿਓ ਸਾਨੂੰ, ਤੇ ਤੁਸੀਂ ਨਹੀਂ ਮੰਗਦੇ ਤਨ ਮਨ ਧਨ। ਦੂਜੇ ਲੋਕਾਂ ਨੂੰ ਪੁਜਾਰੀਓ ਕਹ ਕੇ ਪੁਜਾਰੀਵਾਦ ਐ ਕਰਤਾ, ਪੁਜਾਰੀ ਨੇ ਐ ਕਰਤਾ, ਤੇ ਖੁਦ ਆਪ ਵੀ ਪੁਜਾਰੀ ਹੋ। ਆਪ ਸਮਝ ਕੇ ਵੱਡਾ ਪੁਜਾਰੀ, ਸਾਰਿਆਂ ਨੂੰ ਵੱਡਾ ਪੁਜਾਰੀ ਆਪ ਹੈ। ਕਿਉਂਕਿ ਦੱਸੋ ਇਹ ਕਿਹੜੀ ਕਿਰਤ ਕਰਦੇ ਨੇ? ਗੁਰੂ ਸਾਹਿਬਾਂ ਨੂੰ ਨਿਕੰਮੇ ਸਾਬਤ ਕਰਨ ਤਾਂ ਤੁਸੀਂ ਵੀਡੀਓ ਬਣਾ ਕੇ ਪਾਤੀ, ਤੇ ਆਪ ਵੀ ਆਪਾਂ, ਮੈਂ ਵੀ ਹਾਂ, ਆਪ ਵੀ ਆਪਾਂ ਵੀਡੀਓ ਬਣਾਉਣ ਵਾਲੇ ਨਿਕੰਮੇ ਹੀ ਹਾਂ। ਸਾਡੇ ਗੁਰੂ ਸਾਹਿਬ ਨਿਕੰਮੇ ਨਹੀਂ ਸੀ, ਆਪਾਂ ਨਿਕੰਮੇ ਖੁਦ ਹਾਂ। ਅਸੀਂ ਨਿਕੰਮੇ ਆਪਾਂ ਕੀ ਕੰਮ ਕਰਦੇ ਦੱਸੋ? ਲੋਕਾਂ ਦੇ ਪੈਸੇ ਤੇ ਐਸ਼ ਕਰਦੇ ਆ। ਕੀ ਕਰਦੇ ਆ ਆਪਾਂ ਦੱਸੋ? ਕਿਹੜੇ ਆਪਾਂ ਹਲ ਜੋੜਨੇ, ਕਿਹੜੀ ਆਪਾਂ ਖੇਤੀ ਕਰਦੇ ਆ? ਸੋ ਅੰਦਰ ਆਪਾਂ ਸਿਕਿਉਰਿਟੀ 'ਚ ਨਿਕਲਣਾ, ਸਿਕਿਉਰਿਟੀ 'ਚ ਵੜਨਾ, ਸਾਰਾ ਕੁਝ ਕਿਹੜੀ ਆਪਾਂ ਕਿਰਤ ਕਰਦੇ ਆ ਦੱਸੋ ਮੈਨੂੰ? ਕਿਹੜੀ ਆਪਾਂ ਆਪਦੇ ਜੀਵਨ ਨਿਰਵਾਹ ਲਈ ਕਿਹੜੀ ਕਿਰਤ ਕਰਕੇ ਖਾਂਦੇ ਆ? ਇਸੇ ਚੀਜ਼ ਨੂੰ ਪੁਜਾਰੀਵਾਦ ਕਿਹਾ, ਜਿਹੜਾ ਲੋਕਾਂ ਦੇ ਪੈਸੇ ਤੇ ਐਸ਼ ਕਰਨੀ, ਗੋਲਕ ਦੇ ਉੱਪਰ ਐਸ਼ ਕਰਨੀ, ਦਾਨ ਦੇ ਉੱਪਰ ਐਸ਼ ਕਰਨੀ, ਇਸ ਨੂੰ ਪੁਜਾਰੀਵਾਦ ਕਹਿੰਦੇ ਨੇ। ਸੋ ਵੱਡਾ ਪੁਜਾਰੀ ਤੂੰ ਹੈ, ਤੁਸੀਂ ਨਹੀਂ, ਤੂੰ ਹੈ। ਸੋ ਪੁਜਾਰੀਵਾਦ ਤੋਂ ਨਿਕਲੋ। ਸੋ ਇੰਨੀਆਂ ਕੁ ਬੇਨਤੀਆਂ ਸੀ, ਕਬੂਲ ਕਰਿਓ ਜੀ, ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।